ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸਿੱਖ ਫੈਡਰੇਸ਼ਨ ਆਪ ਜੀ ਨੂੰ ਜੀ ਆਇਆ ਕਹਿੰਦਾ ਹੈ। ਤੇ ਜੋ ਨੰਬਰ ਤੁਸੀਂ ਦੇਖ ਰਹੇ ਹੋ ਆ ਗੁਰਦੁਆਰਾ ਸਾਹਿਬ ਪਲੀਆ ਕਲਾ ਡਿਸਟ੍ਰਿਕਟ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਦੇ ਨਵੇਂ ਦਰਬਾਰ ਹਾਲ ਦੀ ਬਿਲਡਿੰਗ ਲਈ ਆਪਣੀ ਸੇਵਾ ਧਨ ਦੀ ਸੇਵਾ ਤੁਸੀਂ ਕਰ ਸਕਦੇ ਹੋ। ਤਨ ਦੀ ਸੇਵਾ, ਮਨ ਦੀ ਸੇਵਾ ਤੇ ਧਨ ਦੀ ਸੇਵਾ। ਧਨ ਦੀ ਸੇਵਾ ਜ਼ਰੂਰੀ ਹੈ। ਆਪ ਜੀ ਇਸ ਨੰਬਰਾਂ 'ਤੇ ਆਪਣਾ ਯੋਗਦਾਨ ਪਾ ਗੁਰੂ ਦੀ ਸੇਵਾ, ਗੁਰੂ ਘਰ ਨਵੇਂ ਦਰਬਾਰ ਹਾਲ ਦੀ ਸੇਵਾ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਓ ਰਸ ਜਰਾ ਪਿਆਰ ਨਾਲ ਭਿੱਜ ਕੇ ਸਾਰੇ ਜਣੇ ਇੱਕ ਵਾਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗੁਣ ਮੇਰੇ। ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇ ਅਵਗੁਣ ਹਮਾਰੇ। ਦਇਆ ਕਰੋ ਕੁਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜਿਹੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਪਾਤਸ਼ਾਹ ਜੀ, ਅਸੀਂ ਖਿਲਖਣ ਭੁੱਲਣਹਾਰ ਹਾਂ। ਜਿਸ ਤਰ੍ਹਾਂ ਸਾਰੇ ਸਮੁੰਦਰ ਦੇ ਵਿੱਚ ਜਿਤਨਾ ਪਾਣੀ ਭਰਿਆ ਹੋਇਆ ਹੈ ਨਾ, ਸਮੁੰਦਰ ਨੂੰ ਕੋਈ ਨਾਪ ਨਹੀਂ ਸਕਦਾ। ਤੇ ਅਵਗੁਣ ਹਮਾਰੇ ਪਾਤਸ਼ਾਹ, ਸਾਡੇ ਅੰਦਰ ਇਤਨੇ ਅਵਗੁਣ ਹਨ। ਦਇਆ ਕਰੋ ਕੁਛ ਮਿਹਰ ਉਪਾਵੋ। ਪਾਤਸ਼ਾਹ ਜੀ, ਆਪ ਕਿਰਪਾ ਕਰੋ। ਜਿਵੇਂ ਆਪ ਜੀ ਡੁੱਬਦੇ ਹੋਏ ਪੱਥਰਾਂ ਨੂੰ ਉਤਾਰ ਦਿੰਦੇ ਹੋ, ਆਪ ਕਿਰਪਾ ਕਰ ਸਕਦੇ ਹੋ। ਸਾਡੇ ਅਵਗੁਣਾਂ ਨੂੰ ਆਪ ਬਖਸ਼ ਸਕਦੇ ਹੋ। ਸੋ ਮੈਂ ਪਾਤਸ਼ਾਹ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ, ਜਿਨ੍ਹਾਂ ਦਾ ਆਪਾਂ ਪਰਸੋਂ ਆਗਮਨ ਪੁਰਬ, ਪ੍ਰਕਾਸ਼ ਪੁਰਬ ਮਨਾਇਆ ਹੈ, ਦਾਸ ਤੋਂ ਰਹਿ ਨਹੀਂ ਹੋਇਆ, ਕਿਉਂਕਿ ਉਹਨਾਂ ਦੀ ਇਤਨੀ ਬੜੀ ਕਿਰਪਾ ਹੈ, ਇਤਨੀ ਵੱਡੀ ਵਡਿਆਈ ਹੈ, ਕਥਨ ਤੋਂ ਬਾਹਰ ਹੈ। ਅਸੀਂ ਉਹਨਾਂ ਦੀ ਉਪਮਾ, ਉਹਨਾਂ ਦੀ ਜੀਵਨ ਬਾਰੇ ਇੱਕ ਕਿਨਕਾ ਮਾਤਰ ਵੀ ਨਹੀਂ ਉਹਨਾਂ ਦਾ ਬਿਆਨ ਕਰ ਸਕਦੇ। ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੈ, ਜੋ ਮੰਗਾ ਹੈ ਠਾਕੁਰ ਆਪਣੇ ਤੇ। ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ। ਇਹਾਂ ਉਹਾਂ ਸੱਚ ਹੋਵੈ। ਐਸੇ ਪਾਤਸ਼ਾਹ ਦੀਨ ਦੁਨੀ ਦੇ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ, ਕਿਉਂਕਿ ਸੋਢੀ ਸੁਲਤਾਨ ਇਸ ਕਰਕੇ ਕਿਹਾ ਕਿ ਸੋਢੀ ਕੁਲ ਦੇ ਵਿੱਚੋਂ ਹੋਏ ਹਨ। ਗੁਰੂ ਨਾਨਕ ਪਾਤਸ਼ਾਹ ਬੇਦੀ ਕੁਲ ਦੇ ਵਿੱਚੋਂ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇਹ ਭੱਲਿਆਂ ਦੀ ਕੁਲ ਦੇ ਵਿੱਚੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਮਾਲਵੇ ਦੇ ਇਲਾਕੇ ਦੇ ਵਿੱਚ ਇੱਕ ਬਾਬਾ ਆਦਮ ਜੀ ਹੋਏ ਹਨ। ਬਾਬਾ ਆਦਮ ਜੀ, ਕਿਉਂਕਿ ਉਹਨਾਂ ਦੀ ਉਮਰ ਵਡੇਰੀ ਹੋ ਗਈ ਸੀ, 60 ਸਾਲ ਤੋਂ ਉੱਪਰ ਉਮਰ ਹੋ ਗਈ ਸੀ, ਇਸ ਕਰਕੇ ਉਹਨਾਂ ਨੂੰ ਬਾਬਾ ਆਦਮ ਜੀ ਕਹਿੰਦੇ ਸਨ। ਮਾਲਵੇ ਦਾ ਇਲਾਕਾ, ਉਮਰ ਵਡੇਰੀ ਹੋ ਗਈ ਹੈ, ਲੇਕਿਨ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੈ। ਤੀਰਥ ਯਾਤਰਾ ਵੀ ਕੀਤੀਆਂ ਬਹੁਤ, ਜਿੱਥੇ ਜਿੱਥੇ ਕਿਸੇ ਨੇ ਦੱਸਿਆ ਉੱਥੇ ਸਥਾਨਾਂ 'ਤੇ ਗਏ, ਲੇਕਿਨ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੋਈ। ਔਰ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਜਾਂਦੀਆਂ ਨਿਕਲਦੀਆਂ, ਉਹਨਾਂ ਨੂੰ ਜਲ ਪਾਣੀ ਛਕਾਉਂਦੇ। ਉਹਨਾਂ ਸਮਿਆਂ ਦੇ ਵਿੱਚ ਰਾਤ ਠਹਿਰਨ ਵਾਸਤੇ ਜਗ੍ਹਾ ਨਹੀਂ ਸੀ, ਅਤੇ ਉਹਨਾਂ ਨੂੰ ਰਾਤ ਵੀ ਰੁਕਦੇ, ਉਹਨਾਂ ਦੀ ਸੇਵਾ ਪਾਣੀ ਕਰਦੇ। ਇਸ ਤਰ੍ਹਾਂ ਕਰਦੇ ਕਰਦੇ 60 ਸਾਲ ਤੋਂ ਉੱਤੇ ਉਮਰ ਹੋ ਗਈ ਹੈ। ਇੱਕ ਇੱਛਾ ਹੈ ਕਿ ਕੋਈ ਬੂਟਾ ਲੱਗ ਜਾਏ, लेकिन कोई संतान नहीं हुई।
ਇੱਧਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਦਰਸ਼ਨ ਕਰਕੇ ਅੰਮ੍ਰਿਤਸਰ ਸਾਹਿਬ ਤੋਂ ਉਸ ਸਮੇਂ ਪਾਵਨ ਸਰੋਵਰ ਦੀ ਪਟਾਈ ਦਾ ਕੰਮ ਚੱਲ ਰਿਹਾ ਹੈ, ਮਿੱਟੀ ਪੁੱਟਣ ਦਾ, ਬੜੀਆਂ ਸੇਵਾਵਾਂ ਚੱਲ ਰਹੀਆਂ ਹਨ। ਤੇ ਇੱਧਰੋਂ ਦਰਸ਼ਨ ਕਰਕੇ ਇੱਕ ਸਿੱਖ ਗੁਰੂ ਦਾ ਪਿਆਰਾ ਜਾ ਰਿਹਾ ਹੈ, ਰਾਤ ਪੈ ਗਈ ਹੈ, ਤਾਂ ਬਾਬਾ ਆਦਮ ਜੀ ਦੇ ਘਰ ਉੱਥੇ ਅੱਜ ਰੁਕ ਗਿਆ। ਬਾਬਾ ਆਦਮ ਜੀ ਨੇ ਬੜੀ ਸੇਵਾ ਕੀਤੀ, ਜਲ ਪਾਣੀ ਛਕਾਇਆ। ਰਾਤ ਨੂੰ ਬਾਬਾ ਆਦਮ ਜੀ ਨੇ ਉਹਨਾਂ ਨੇ ਵਿਚਾਰਾਂ ਵੀ ਕੀਤੀਆਂ, ਸਤਸੰਗ ਵੀ ਕੀਤਾ, ਸੌਂ ਗਏ। ਸਵੇਰੇ ਉੱਠੇ ਤਾਂ ਗੁਰਸਿੱਖ ਨੇ ਬਾਬਾ ਆਦਮ ਜੀ ਨੂੰ ਪੁੱਛਿਆ ਕਿ ਭਾਈ ਵੈਸੇ ਤਾਂ ਬੜੀ ਕਿਰਪਾ ਹੈ ਤੇਰੇ ਤੇ, ਲੇਕਿਨ ਮੈਂ ਰਾਤ ਤਾਂ ਰੁਕਿਆ ਹੈ ਕਿ ਤੁਹਾਡੇ ਘਰ ਕਿਸੇ ਬੱਚੇ ਦੀ ਆਵਾਜ਼ ਨਹੀਂ ਆਈ, ਘਰ ਦੇ ਵਿੱਚੋਂ ਕੋਈ ਆਵਾਜ਼ ਕਿਸੇ ਬੱਚੇ ਦੀ ਨਹੀਂ ਸੁਣੀ। ਤਾਂ ਜੋ ਮਾਤਾ ਜੀ ਸਨ ਬਾਬਾ ਆਦਮ ਜੀ ਦੇ ਘਰ ਵਾਲੀ, ਉਹ ਜਾਰੋ ਜਾਰ ਰੋਣ ਲੱਗ ਪਏ। ਕਹਿਣ ਲੱਗੇ ਅਸੀਂ ਕੋਈ ਅਸਥਾਨ ਨਹੀਂ ਛੱਡਿਆ, ਕੋਈ ਐਸਾ ਤੀਰਥ ਨਹੀਂ ਜਿੱਥੇ ਨਹੀਂ ਗਏ, ਲੇਕਿਨ ਸਾਡੇ ਝੋਲੀ ਵਿੱਚ ਕੋਈ ਬੱਚੇ ਦੀ ਦਾਤ ਨਹੀਂ ਪਈ। ਉਹ ਗੁਰਸਿੱਖ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਦੇ ਦਰ 'ਤੇ ਨਹੀਂ ਗਏ? ਗੁਰੂ ਨਾਨਕ ਦਾ ਦਰ ਤਾਂ ਬਹੁਤ ਵੱਡਾ ਹੈ, ਉੱਥੇ ਤਾਂ ਤੁਹਾਡੀ ਜ਼ਰੂਰ ਝੋਲੀ ਭਰ ਜਾਣੀ ਸੀ। ਕਹਿਣ ਲੱਗੇ ਅਸੀਂ ਹੋਰ ਤਾਂ ਬਹੁਤ ਜਗ੍ਹਾ 'ਤੇ ਗਏ, ਬੜੇ ਦਰਸ਼ਨ ਕੀਤੇ, ਲੇਕਿਨ ਗੁਰੂ ਨਾਨਕ ਦੇ ਦਰ 'ਤੇ ਨਹੀਂ ਗਏ। ਤਾਂ ਗੁਰਸਿੱਖ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ, ਚੌਥੇ ਗੁਰੂ ਨਾਨਕ ਉਹ ਹੁਣ ਇਸ ਟਾਈਮ ਗੁਰੂ ਰਾਮਦਾਸ ਜੀ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਦਰਬਾਰ ਸਾਹਿਬ ਉੱਥੇ ਪਾਵਨ ਸਰੋਵਰ ਦੀ ਸੇਵਾ ਕਰਾ ਰਹੇ ਹਨ। ਆਪ ਜੀ ਉੱਥੇ ਜਾਓ, ਉੱਥੇ ਰਹਿ ਕੇ ਸੇਵਾ ਕਰੋ, ਤੁਹਾਨੂੰ ਕੁਝ ਕਹਿਣਾ ਨਹੀਂ ਪਏਗਾ, ਤੁਹਾਨੂੰ ਮੰਗਣਾ ਵੀ ਨਹੀਂ ਪਏਗਾ, ਉਹ ਤੁਹਾਡੀ ਝੋਲੀ ਭਰ ਦੇਣਗੇ। ਹੁਣ ਉਹਨਾਂ ਦੇ ਮਨ ਦੇ ਵਿੱਚ ਬੜੀ ਸ਼ਰਧਾ ਬਣ ਗਈ, ਕਿਉਂਕਿ ਸਾਧ ਸੰਗਤ ਜੀ, ਜਿਸ ਕਿਸੇ ਨੂੰ ਕਿਸੇ ਕੀਮਤੀ ਚੀਜ਼ ਦੀ ਲੋੜ ਹੋਵੇ, ਆਪ ਜੀ ਨੇ ਦੇਖਿਆ ਹੋਵੇ ਕੋਈ ਬਿਮਾਰ ਹੋਵੇ ਤਾਂ ਉਹਨੂੰ ਕੋਈ ਦੱਸ ਦੇਵੇ ਕਿ ਫਲਾਣੇ ਡਾਕਟਰ ਕੋਲ ਚਲ ਜਾ, ਫਲਾਣੇ ਵੈਦ ਦੇ ਕੋਲ ਚਲ ਜਾ, ਤਾਂ ਉਹ ਚਲੇ ਜਾਂਦਾ ਹੈ, ਕਿਉਂਕਿ ਜ਼ਰੂਰਤਮੰਦ ਹੈ, ਲੋੜ ਹੈ। ਹੁਣ ਬਾਬਾ ਆਦਮ ਜੀ ਅਤੇ ਉਹਨਾਂ ਦੇ ਘਰੋਂ ਮਾਤਾ ਜੀ, ਉਹਨਾਂ ਨੇ ਆਪਣਾ ਜ਼ਰੂਰੀ ਸਮਾਨ ਲਿਆ, ਜੋ ਮਾਇਆ ਸੀ ਉਹ ਲਈ। ਮਨ ਇਹ ਬਣਾ ਲਿਆ ਕਿ ਉੱਥੇ ਕੋਈ ਆਪਾਂ ਛੋਟਾ ਮੋਟਾ ਘਰ ਲੈ ਲਵਾਂਗੇ, ਉੱਥੇ ਹੀ ਰਹਾਂਗੇ, ਉੱਥੇ ਸੇਵਾ ਕਰਾਂਗੇ। ਜਾਣ ਲੱਗੇ ਪਿੰਡ ਵਾਲੇ ਜਿਹੜੇ ਆਂਢੀ ਗੁਆਂਢੀ ਸਨ, ਉਹਨਾਂ ਨੂੰ ਕਹਿ ਦਿੱਤਾ ਕਿ ਜੇ ਅਸੀਂ ਵਾਪਸ ਆ ਗਏ ਤਾਂ ਠੀਕ ਆ, ਨਹੀਂ ਤਾਂ ਤੁਸੀਂ ਇਹ ਜਿਹੜਾ ਸਾਡਾ ਘਰ ਹੈ ਇਹਨੂੰ ਧਰਮਸ਼ਾਲਾ ਬਣਾ ਦਿਓ, ਆਉਂਦੇ ਜਾਂਦੇ ਯਾਤਰੂ ਇੱਥੇ ਰੁਕਿਆ ਕਰਨਗੇ। ਹੁਣ ਬਾਬਾ ਆਦਮ ਜੀ ਔਰ ਉਹਨਾਂ ਦੇ ਘਰੋਂ ਮਾਤਾ ਜੀ, ਉਹ ਦੋਨੋਂ ਜਣੇ ਚੌਥੇ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਉੱਥੇ ਚਲੇ ਗਏ। ਦੇਖਿਆ ਹੈ, ਬੜਾ ਮਨ ਖੁਸ਼ ਹੋਇਆ ਹੈ ਕਿ ਸੰਗਤਾਂ ਮਨ ਚਿਤ ਲਾ ਕੇ ਸੇਵਾ ਕਰ ਰਹੀਆਂ ਹਨ। ਪਾਵਨ ਸਰੋਵਰ ਦੀ ਖੁਦਾਈ ਦਾ ਕੰਮ ਚੱਲ ਰਿਹਾ ਹੈ, ਕਿਤੇ ਗੁਰੂ ਕੇ ਲੰਗਰ ਬਣ ਰਹੇ ਹਨ, ਕਿਤੇ ਗੁਰੂ ਕੀਆਂ ਸੰਗਤਾਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਹੁਣ ਜੋ ਮਾਤਾ ਜੀ ਸਨ, ਉਹ ਲੰਗਰ ਦੇ ਵਿੱਚ ਸੇਵਾ 'ਚ ਲੱਗ ਗਏ, ਸੰਗਤ ਦੇ ਜੂਠੇ ਬਰਤਨ ਮਾਂਜਣ ਦੀ। ਧਿਆਨ ਦੇਣਾ, ਮੈਂ ਬੇਨਤੀ ਕਰਾਂ ਕਿ ਸੇਵਾ ਦੇਖੋ ਕਿ ਸੇਵਾ ਤੋਂ ਕਿੰਨਾ ਕੁਛ ਮਿਲਦਾ ਹੈ। ਹੁਣ ਮਾਤਾ ਜੀ ਸੇਵਾ ਕਰਦੇ ਹਨ, ਜੂਠੇ ਬਰਤਨ ਮਾਂਜਦੇ ਹਨ, ਔਰ ਬਾਬਾ ਆਦਮ ਜੀ ਨੇ ਦੇਖਿਆ ਕਿ ਲੰਗਰਾਂ ਦੇ ਵਿੱਚ ਬਾਲਣ ਦੀ ਜ਼ਰੂਰਤ ਹੈ। ਉਸ ਸਮੇਂ ਅੰਮ੍ਰਿਤਸਰ ਦੇ ਆਲੇ ਦੁਆਲੇ ਚਾਟੀ ਪਿੰਡ, ਸੁਲਤਾਨ ਪਿੰਡ, ਇਹ ਨਾਂ ਸੀਗੇ। ਉੱਥੇ ਝੀੜੀਆਂ ਹੁੰਦੀਆਂ ਸੀ, ਜੰਗਲ ਹੁੰਦੇ ਸਨ ਥੋੜ੍ਹੇ, ਪੁਰਾਤਨ ਸਮੇਂ ਦੀ ਗੱਲ ਹੈ। ਹੁਣ ਉਹ ਚਲੇ ਜਾਂਦੇ ਹਨ ਲੰਗਰਾਂ ਵਾਸਤੇ, ਲੱਕੜੀ ਦੀ ਪੰਡ ਬੰਨ੍ਹ ਕੇ ਭਰੀ ਲੈ ਕੇ ਆਉਂਦੇ ਹਨ, ਔਰ ਉੱਥੇ ਜਾ ਕੇ ਜੋ ਕੁਛ ਮਾਇਆ ਸੀ, ਉਹਨਾਂ ਨੇ ਇੱਕ ਛੋਟਾ ਜਿਹਾ ਆਪਣਾ ਘਰ ਲੈ ਲਿਆ, ਉੱਥੇ ਰਹਿੰਦੇ ਹਨ। ਬਾਬਾ ਆਦਮ ਜੀ
ਕਿਸੇ ਸਿੱਖ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜੋ ਅਗਰ ਗੁਰੂ ਤੋਂ ਕੁਝ ਲੈਣਾ ਹੈ ਤਾਂ ਨਿਸ਼ਕਾਮ ਸੇਵਾ ਕਰੋ। ਉਹ ਹੁਣ ਇੱਕ ਭਰੀ ਬਾਲਣ ਦੀ ਲੈ ਕੇ ਆਉਂਦੇ ਹਨ ਗੁਰੂ ਕੇ ਲੰਗਰਾਂ ਵਾਸਤੇ, ਇੱਕ ਭਰੀ ਬਾਲਣ ਦੀ ਲੈ ਕੇ ਆਉਂਦੇ ਹਨ, ਉਹ ਬਾਜ਼ਾਰ ਦੇ ਵਿੱਚ ਵੇਚ ਲੈਂਦੇ ਹਨ। ਉਹਦਾ ਰਾਸ਼ਨ ਪਾਣੀ ਖਰੀਦ ਕੇ ਆਪਣਾ ਪ੍ਰਸ਼ਾਦਾ ਪਾਣੀ ਬਣਾਉਂਦੇ ਹਨ। ਕੁਛ ਬਾਲਣ ਜੋ ਬਚ ਜਾਂਦਾ ਹੈ ਉਹਨੂੰ ਘਰ ਦੇ ਵਿੱਚ ਰੱਖ ਲੈਂਦੇ ਹਨ ਕਿ ਕਿਤੇ ਵੇਲੇ ਕੋਲੇ ਕੰਮ ਆ ਜਾਏਗਾ। ਹੁਣ ਇਸੇ ਤਰ੍ਹਾਂ ਕਰਦੇ ਕਰਦੇ ਕਦੀ 2 ਭਰੀਆਂ ਲੈ ਆਉਂਦੇ, ਕਦੀ 3 ਵੀ ਲੈ ਆਉਂਦੇ। ਇੱਧਰ ਗਰਮੀਆਂ ਖਤਮ ਹੋਈਆਂ, ਬਰਸਾਤਾਂ ਦੇ ਦਿਨ ਸ਼ੁਰੂ ਹੋ ਗਏ। ਗੁਰੂ ਰਾਮਦਾਸ ਪਾਤਸ਼ਾਹ ਸੰਗਤਾਂ ਦੇ ਨਾਲ ਕਿਤੇ ਗਏ ਹੋਏ ਹਨ ਅੱਜ, ਔਰ ਬਰਸਾਤ ਹੋ ਰਹੀ ਲਗਾਤਾਰ। ਬਾਲਣ ਜਿੰਨਾ ਸੀ ਸਭ ਗਿੱਲਾ ਹੋ ਗਿਆ, ਔਰ ਸੰਗਤਾਂ ਦਰਸ਼ਨ ਕਰਨ ਵਾਸਤੇ ਦੂਸਰੇ ਇਲਾਕਿਆਂ ਤੋਂ ਪਹੁੰਚੀਆਂ ਹਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ। ਸੰਗਤਾਂ ਭਿੱਜੀਆਂ, ਬਰਸਾਤ ਵਿੱਚ ਭਿੱਜ ਗਈਆਂ, ਔਰ ਮੌਸਮ ਵੀ ਹੁਣ ਕੁਝ ਠੰਡ ਦਾ ਉੱਤਰ ਆਇਆ ਹੈ। ਇੱਧਰ ਬਰਸਾਤ ਵੀ ਹੋ ਰਹੀ ਹੈ, ਬਾਲਣ ਬਹੁਤ ਗਿੱਲਾ ਹੋ ਗਿਆ। ਭਾਈ ਆਦਮ ਜੀ ਨੇ ਦੇਖਿਆ ਹੈ ਕਿ ਜੋ ਬਾਲਣ ਗੁਰੂ ਕੇ ਲੰਗਰਾਂ ਦੇ ਵਿੱਚ ਹੈ ਜਾਂ ਉਹ ਸੀ ਸਾਰਾ ਉਹ ਭਿੱਜ ਚੁੱਕਾ ਹੈ। ਸੰਗਤਾਂ ਠੰਡ ਦੇ ਨਾਲ ਪਰੇਸ਼ਾਨ ਹਨ, ਕਿਸ ਤਰ੍ਹਾਂ ਹੋਵੇ, ਕਿਉਂਕਿ ਸੰਗਤਾਂ ਬਾਹਰੋਂ ਆਈਆਂ ਸਨ। ਇੱਕ ਤਾਂ ਭਿੱਜ ਗਈਆਂ ਸਨ, ਉਦੋਂ ਹਵਾ ਚੱਲ ਰਹੀ ਹੈ, ਬਰਸਾਤ ਵੀ ਹੈ, ਠੰਡ ਵੀ ਹੈ। ਬਾਬਾ ਆਦਮ ਜੀ ਆਪਣੇ ਘਰ ਗਏ, ਜਾ ਕੇ ਉਹ ਜੋ ਲੱਕੜਾਂ ਬਚਾ ਕੇ ਰੱਖਦੇ ਹੁੰਦੇ ਸਨ ਕਿਤੇ ਮੌਕੇ 'ਤੇ ਕੰਮ ਆਉਣਗੀਆਂ, ਉਹ ਲੱਕੜਾਂ ਲੈ ਕੇ ਆਏ। ਬਾਬਾ ਆਦਮ ਜੀ ਨੇ 2-3 ਜਗ੍ਹਾ 'ਤੇ ਲੱਕੜਾਂ ਜਲਾ ਦਿੱਤੀਆਂ, ਅੱਗ ਬਾਲ ਦਿੱਤੀ, ਸੰਗਤਾਂ ਤਾਪਣ ਲੱਗ ਪਈਆਂ। ਹੁਣ ਰਾਤ ਹੋ ਗਈ ਹੈ, ਕੁਝ ਸਮਾਂ ਪਾ ਕੇ ਲੱਕੜਾਂ ਦੀ ਅੱਗ ਠੰਡੀ ਹੋ ਗਈ। ਫਿਰ ਬਾਬਾ ਆਦਮ ਜੀ ਘਰ ਗਏ, ਕੁਝ ਆਪਣੇ ਵਾਸਤੇ ਜੋ ਲੰਗਰ ਪਕਾਉਣ ਵਾਸਤੇ ਥੋੜ੍ਹੀਆਂ ਲੱਕੜਾਂ ਰੱਖੀਆਂ ਸਨ ਉਹ ਲੈ ਕੇ ਆ ਗਏ, ਫਿਰ ਅੱਗ ਬਾਲ ਦਿੱਤੀ। ਸੰਗਤਾਂ ਜਿਹੜੀਆਂ ਸਨ ਦਰਸ਼ਨ ਕਰਨ ਆਈਆਂ ਸੀ, ਕਿਉਂਕਿ ਪੁਰਾਤਨ ਸਮੇਂ ਵਿੱਚ ਸੰਗਤਾਂ ਜਦੋਂ ਦਰਸ਼ਨ ਕਰਨ ਆਉਂਦੀਆਂ ਸੀ ਢੋਲਕੀਆਂ ਛੈਣਿਆਂ ਦੇ ਨਾਲ ਕੀਰਤਨ ਕਰਦੇ ਹੋਏ, ਸ਼ਬਦ ਪੜ੍ਹਦੇ ਹੋਏ ਆਉਂਦੇ ਸਨ। ਹੁਣ ਸੰਗਤਾਂ ਦੀ ਠੰਡਕ ਦੂਰ ਹੋ ਗਈ, ਔਰ ਰਾਤ ਹੈ ਤਾਂ ਸੰਗਤਾਂ ਨੇ ਕੀ ਕੀਤਾ ਹੈ ਕਿ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ ਢੋਲਕੀਆਂ ਛੈਣਿਆਂ ਦੇ ਨਾਲ, ਕਿਉਂਕਿ ਠੰਡਕ ਦੂਰ ਹੋ ਗਈ ਹੈ। ਲਗਾਤਾਰ ਮੀਂਹ ਪੈ ਰਿਹਾ ਹੈ, ਠੰਡ ਵੀ ਹੈ। ਹੁਣ ਥੋੜ੍ਹੇ ਸਮੇਂ ਬਾਅਦ ਜੋ ਰਾਤ ਦਾ 12-1 ਵਜੇ ਦਾ ਸਮਾਂ ਹੋਇਆ, ਲੱਕੜਾਂ ਦੀ ਅੱਗ ਠੰਡੀ ਹੋ ਗਈ, ਲੱਕੜਾਂ ਫਿਰ ਮੁੱਕ ਗਈਆਂ। ਹੁਣ ਬਾਬਾ ਆਦਮ ਜੀ ਘਰ ਗਏ, ਲੱਕੜਾਂ ਤਾਂ ਨਹੀਂ ਸਨ। ਬਾਬਾ ਆਦਮ ਜੀ ਜਿਸ ਮਕਾਨ ਦੇ ਵਿੱਚ, ਜਿਸ ਕੋਠੀ ਦੇ ਵਿੱਚ ਰਹਿੰਦੇ ਸਨ, ਉਹਦੀ ਚੁਗਾਠ ਪੱਟ ਲਈ। ਦੇਖੋ ਸੇਵਾ ਕਮਾਈ। ਸੇਵਾ ਦੇ ਅੱਗੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਂ ਘਰ ਕਿਉਂ ਖਰਾਬ ਕਰਾਂ ਜਾਂ ਕਿੱਦਾਂ। ਉਹਨਾਂ ਨੇ ਦਰਵਾਜ਼ੇ ਦੀ ਚੁਗਾਠ ਪੱਟ ਲਿਆਂਦੀ, ਉਹ ਲਾ ਕਰ ਦਿੱਤੀ। ਫਿਰ ਸੰਗਤਾਂ ਖੁਸ਼ੀ ਦੇ ਨਾਲ ਉਸੇ ਤਰ੍ਹਾਂ ਕੀਰਤਨ ਕਰ ਰਹੀਆਂ ਹਨ। ਸਾਧ ਸੰਗਤ ਇਸੇ ਤਰ੍ਹਾਂ ਰਾਤ ਦੇ 2-2:30 ਵੱਜ ਗਏ। ਫਿਰ ਅੱਗ ਠੰਡੀ ਹੋ ਗਈ। ਜੋ ਖਿੜਕੀਆਂ ਸਨ, ਖਿੜਕੀਆਂ ਦੀਆਂ ਚੁਗਾਠਾਂ ਵੀ ਪੱਟ ਲਈਆਂ। ਇਤਿਹਾਸਕਾਰ ਦੱਸਦੇ ਹਨ ਕਿ ਉੱਪਰ ਸਤੇਰੀਆਂ ਪਈਆਂ ਸਨ, ਉਹ ਵੀ ਉਹਨਾਂ ਨੇ ਪੱਟ ਲਈਆਂ। ਸਾਰੀ ਰਾਤ ਸੰਗਤਾਂ ਗਦਗਦ ਹੋ ਗਈਆਂ, ਅੱਗ ਤਾਪਦੀਆਂ ਰਹੀਆਂ। ਹੁਣ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ, ਕਿਉਂਕਿ ਉਹਨਾਂ ਦੇ ਕੋਲ ਖਬਰ ਤਾਂ ਪਹੁੰਚ ਜਾਂਦੀ ਹੈ, ਉਹਨਾਂ ਨੂੰ ਵੀ ਰਾਤ ਜਦੋਂ ਵਾਪਸ ਆ ਗਿਆ ਤਾਂ ਪਤਾ ਲੱਗਾ ਸੀ ਕਿ ਸੰਗਤਾਂ ਆਈਆਂ ਹਨ ਦਰਸ਼ਨ ਕਰਨ ਵਾਸਤੇ। ਉਹਨਾਂ ਨੇ ਵੀ ਅੰਮ੍ਰਿਤ ਵੇਲੇ ਦੇਖਿਆ ਕਿ ਸੰਗਤਾਂ ਅੱਗ ਬਲ ਰਹੀ ਹੈ, ਗੁਰੂ ਕੇ ਸ਼ਬਦ ਪੜ੍ਹ ਰਹੀਆਂ ਹਨ। ਤਾਂ ਸਿੰਘ ਜੋ ਸਾਨੂੰ ਸੇਵਾਦਾਰ ਉਹ ਦੱਸਦੇ ਸਨ ਕਿ ਲੰਗਰ ਦੇ ਵਿੱਚ ਬਾਲਣ ਸਭ ਗਿੱਲਾ ਹੋ ਗਿਆ ਹੈ, ਲਗਾਤਾਰ ਮੀਂਹ ਪੈਣ ਕਰਕੇ। ਇਹ ਸੰਗਤ ਤਾਂ ਅੱਗ ਤਾਪ ਰਹੀ ਹੈ, ਸ਼ਬਦ ਕੀਰਤਨ ਹੋ ਰਿਹਾ ਹੈ। ਹੁਣ ਦਿਨ ਚੜ੍ਹੇ,
जो संगतां दर्शन करने वास्ते आईयां, गुरु रामदास पातशाह ने हाल चाल पूछा। संगतां बड़ियां प्रसन्न, बड़ियां खुश कि आप जी के सेवादारां ने बहुत सेवा की। असी तो भिज गए सी, ठंड बहुत सी, लेकिन अग बालते सी। आप जी के सेवादार तो जो बालन मुक गया, वो चगाठा भी पट पट के लिया गया है। गुरु रामदास पातशाह ने अपने नज़दीकी सिंह नूं पूछा, भाई ये कौन सेवा कर रहा है, किने इतनी बड़ी सेवा की है। गुरु रामदास पातशाह जी ने सेवादार ने दसिया कि पातशाह बाबा आदम जी एक आए हुए हैं, काफ़ी दिनों तो आए। वो सेवा करते हैं रोज़ बालन की। बालन साड़ा गुरु घर का सब भिज गया सी। लंगरां दे विच लंगर पकाउण नूं बालन नहीं सी। उन्होंने अपने घर जो अपने वास्ते बालन रखा सी, पहला वो लियाउंदे रहे। फिर पातशाह जदों अग बुझ जाती सी ना, पातशाह उन्होंने अपने घरां दियां चगाठां पट लैंदियां। पातशाह खिड़कियां भी पट लियाईयां, वो भी बाल दित्तियां। पातशाह जी उन्होंने छत दियां सतेरियां भी पट के बाल लियां। गुरु रामदास पातशाह इतने प्रसन्न हो गए, कह रहे कि हुणे जाके भाई आदम जी नूं बुला के लियाओ। हुण सेवक सेवादार गया है भाई आदम जी के घर। उन्होंने सुनेहा दिता है कि बाबा जी तुहानूं गुरु रामदास पातशाह ने याद किया है, आप जी नूं याद कर रहे हैं। बाबा आदम जी दोवें हाथ जोड़ के आ गए, हाथ जोड़ के गल दे विच पल्ला पा के सिर झुका के खड़े हैं। गुरु रामदास पातशाह कहन लगे, बहुत सेवा आप जी ने की है, असी तुहाडे ते बहुत खुश हुए हैं। अज जो तुसी मंगना है मंग लो, असी तुहाडी हर खुशी पूरी करांगे। लेकिन बाबा आदम जी वडेरी उम्र के सन, 60 साल तो ज़्यादा उम्र हो गई सी। मन दे विच लालसा तो यही सी कि बच्चे दी दात पातशाह तो मंगनी है, लेकिन इत्थे आके संगत देख के शर्मा गए। संगत दे विच मंगण दी हिम्मत ना पई। कहन लगे, पातशाह जी अपनी खुशियां बख्शो, अपने चरणों दे विच सानू रखो। पातशाह समझ गए, कहन लगे, जो भावना है, जो मंगना चाहते हो तुसी मंग नहीं सकते। अज हिम्मत नहीं पै रही मंगण की, जाओ कल नूं आयो। बाबा आदम जी घर चले गए। माता जी ने पूछा है, गुरु रामदास पातशाह ने आप जी नूं सद्या सी, की मंगया तुसीं? कहन लगे, वो तो सब कुछ दे रहे सी। वो तो कह रहे सी तुहाडे तो बहुत खुश हाँ, तुसी बहुत सेवा की संगत दी, जो मंगना मंग लो। लेकिन मेरी हिम्मत नहीं पई। हुण माता जी कहन लगे, ठीक है। कहन लगे, कल नूं फिर बुलाया है गुरु रामदास पातशाह ने, कल नूं आयो। हुण माता जी कहन लगे कि मैं भी नाल चलांगी तुहाडे, तुहानूं मंगना नहीं आया, कल नूं मैं भी चलांगी। अगले दिन फिर पातशाह ने बुलाया है बाबा आदम जी नूं। दरबार विच पहुँचे हैं, संगतां सेवा कर रही हैं, काफ़ी संगत नमस्कार कर रही है। उन्होंने देख के गुरु रामदास पातशाह खुश हो गए, भाई आदम जी जो मंगना मंग लो, तुसी बहुत संगत की सेवा की है, बहुत खुशियां हैं साडियां। हुण बाबा आदम जी फिर नहीं मंग सके। कहन लगे, पातशाह खुशियां बख्श दो, हिम्मत नहीं पई मंगण दी। इतने नूं माता जी बोल पाए। कहन लगे, पातशाह जी इन्हां दी हिम्मत नहीं पै रही, वडेरी उम्र हो गई है, साडे घर कोई अगर बूटा ला दो, साडे कोई संतान नहीं है, साडे कोई बच्चा नहीं है। असी पातशाह अपने मालवे इलाके तो ये मन दे विच धार के आए सी कि गुरु के दरबार में जावांगे, उत्थे बेनती करांगे, लेकिन मंग नहीं सके। गुरु रामदास पातशाह देखो संगत जी, हुण सेवा ते त्रुट होके जे नहीं भी हुंदी कोई भागा चीज़, किवें पातशाह कृपा करते हैं।
ਗੁਰੂ ਰਾਮਦਾਸ ਪਾਤਸ਼ਾਹ ਨੇ ਦੇਖਿਆ ਹੈ, ਅੱਖਾਂ ਬੰਦ ਕਰ ਲਈਆਂ, ਕਹਿਣ ਲੱਗੇ ਬਾਬਾ ਜੀ ਤੁਹਾਡੇ ਭਾਗਾਂ ਦੇ ਵਿੱਚ ਬਹੁਤ ਦੂਰ ਤੱਕ ਕਈ ਜਨਮਾਂ ਤੱਕ ਕੋਈ ਸੰਤਾਨ ਨਹੀਂ ਹੈ। ਫਿਰ ਅੱਖਾਂ ਮੀਟ ਕੇ ਬੈਠ ਗਏ। ਹੁਣ ਮਾਤਾ ਜੀ और बाबा जी बोले कि पातशाह आप जी ने खुशियाँ क्या है कि जो मंगना है मांग लो, आप जी ने वचन किया है। गुरु रामदास पातशाह कहने लगे हाँ वचन जरूर किया है, लेकिन तुहाडे भागां दे विच कोई संतान नहीं है, लेकिन तुहाडी सेवा बहुत उच्ची है, तुसीं सेवा बहुत संगत दी कीती है, तुसीं संगत दा दिल जित लिया और मेरे तो बड़ी संगत है। हुण साडे हुण इदां असीं करदे हां कि साडे 3 सपुत्तर हन, बाबा पिरथी चंद जी, बाबा महादेव जी और बाबा अर्जन देव, लेकिन चौथी जो संतान साडे आउणी सी असीं अपनी अंश मछ विचों वो तुहानूं दे रहे हैं, लेकिन वो जो संतान होएगी बहुत भगती वाली होएगी, बहुत ही बंदगी करने वाली रूह होएगी, बहुत भगती करने वाली होएगी। तुसीं उहदा नाम भगतू रख देना, तुसीं उहदा नाम भगतू रखना। और ये सब खुशियां लैके गुरु रामदास जी पासों माता जी और बाबा आदम जी आ गए। समा पा के उन्हां दे घर बच्चे ने जन्म लिया है, ਉਹਦਾ ਨਾਂ ਭਗਤੂ ਰੱਖਿਆ ਗਿਆ, जो ਅੱਜ ਆਪਾਂ इतिहास ਦੇ ਵਿੱਚ भी पढ़ते हैं, क्योंकि इतिहास बड़ा लंबा है, समा नहीं है मैं आप जी नाल होर बचन साझे कर सकां। तो साचे साहिबा क्या ना ही कर तेरे, घर तां तेरा सब कुछ है, जिस देश सो पावे सानू मंगण की जाच आ जाए। मैं पहलां भी बेनती की सी, बस सानू मंगण की जाच आ जाए। परसों भी बेनती की सी कि बर्तन जे बाहर मुद्दा पिया होऊगा, बरसात हो रही होगी, वो एक भी बूंद नहीं पाएगी। जी बर्तन सीधा होएगा तो वो जल पै जाएगा। सानू मंगण की जाच आ जाए, गुरु तो मंगना की है बस। और पातशाह के चरणों च यही बेनती करनी, क्योंकि पातशाह की सब तो बड़ी गल है संगत नूं पातशाह ने दर्जा बहुत उच्चा दिता है। आप जदों भी गुरु घर आने इत्थे ये नहीं आप देखना छोटा बड़ा अमीर गरीब, जो भी आपनूं सेवा मिलती है, जिथे भी मिलती है सेवा जरूर करो। बिच दुनिया सेव कमाइए तां दरगह बैसन पाइए। पातशाह ने गल होर कही है कि मेरी बांधी भगत छुड़ावे, बांधी भगत ना छूटे मोह। ये आप जी वास्ते गल कही, संगत वास्ते। मेरा क्या है बचन, मेरी संगत वो कटवा सकती है, लेकिन संगत का बचन जो है वो मैं नहीं उन्होंने मोड़ सकता। इस करके संगत बहुत उच्चा दर्जा है। और जदों भी आप आने ये बहुत रूहां होंदियां बंदगी वालियां संगत दे विच। आप जी इसे करके घर दे विच आपां बैठ के जितना मर्जी नितनेम गुरबाणी जरूर करते हैं, लेकिन जो मन जो आनंद इत्थे आउंदा है संगत विच बैठ के, कुछ गुप्त रूहां भी आके बैठदियां हन। गुरबाणी कीर्तन विचारां सुनने वास्ते गुप्त रूहां भी आउंदियां, क्योंकि गुरबाणी दे विच पातशाह ने कहा कि इस देही को सिमरह देव, सो देही भज हर की सेव, भजो गोबिंद भूल मत जाहो, मानस जन्म का यह लाहो। सो बेअंत भुल्लां गलतियां हो गई होणगियां 10 गुणों, समा मैं ज़्यादा ले लिया, लेकिन ये धन गुरु रामदास पातशाह का दरबार। एक मैं बेनती जरूर करा कि हर एक प्राणी जिहड़ा नहीं गया धन गुरु रामदास पातशाह का दर, जो दुनिया का सब तो बड़ा दर है, सचखंड श्री हरमंदर साहब अमृतसर। आप जरूर जाओ, जदों भी किते समा मिले जरूर जाओ, भावना करके उत्थे रुको, दर्शन करो। बार बार मन ये हुंदा है कि उत्थे बैठे रहिए, क्योंकि बंदगी का स्थान है वो पावन सरोवर, जिथों अज भी उत्थे चमत्कार होंदे हन, अज भी करामातां होंदियां हन। बड़े बड़े रोग, बड़े बड़े कष्ट, जिथे कोई इलाज नहीं, जिथे कोई
ਸਭ ਜਗ੍ਹਾ ਜਵਾਬ ਹੈ, ਉੱਥੋਂ ਅੱਜ ਵੀ ਠੀਕ ਹੁੰਦੇ ਹਨ। ਸੋ ਸਭ ਦਾ ਧੰਨਵਾਦ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ, ਦੀਪ ਮਾਟਮਾਲੇ, ਉਹਨਾਂ ਦਾ ਸਾਰਾ ਪਰਿਵਾਰ, ਜਿਨ੍ਹਾਂ ਦੇ ਪਾਤਸ਼ਾਹ ਨੇ ਉਹਨਾਂ ਦੀ ਝੋਲੀ ਵਿੱਚ ਇਹ ਸੇਵਾ ਪਾਈ। ਬੇਟੀ ਜਸਨਦੀਪ ਕੌਰ, ਜਿਨ੍ਹਾਂ ਦਾ ਅੱਜ ਬੱਚੀ ਦਾ ਜਨਮ ਦਿਨ ਹੈ, ਉਸ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਆਪ ਸਾਰੀਆਂ ਸੰਗਤਾਂ ਦੀਆਂ ਅਸੀਸਾਂ, ਗੁਰੂ ਪਾਤਸ਼ਾਹ ਦੀਆਂ ਅਸੀਸਾਂ ਉਹਨਾਂ ਨੇ ਲਈਆਂ ਹਨ। ਕੋਟਾਨ ਕੋਟ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੂਹ ਸੰਗਤਾਂ ਦਾ। ਸੋ ਹੁਣ 6 ਪੌੜੀ ਸ਼੍ਰੀ ਅਨੰਦ ਸਾਹਿਬ ਜੀ ਦਾ ਪਾਠ ਹੋਏਗਾ, ਉਪਰੰਤ ਆਪਾਂ ਅਰਦਾਸ ਵਿੱਚ ਜੁੜਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਤੇ ਅੱਗੇ ਵੀ ਤੁਹਾਨੂੰ ਵੀਡੀਓ ਮਿਲਦੀ ਰਹੇ, ਇਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।